ਕਹਿੰਦੇ ਨੇ ਕੋਈ ਕੌਮ ਮਹਿਰਮ ਨੂੰ ਮੰਨਦੀ ਹੈ, ਵੱਡੇ ਦਿਨਾਂ ਦਾ ਕੋਈ ਹੈ ਧਿਆਨ ਧਰਦਾ, ਦਿਨ ਪੋਹ ਦੇ ਸਾਨੂੰ ਵੀ ਭੁੱਲਦੇ ਨਹੀਂ, ਡਿੱਠਾ ਜਦੋਂ ਦਸਮੇਸ਼ ਨੂੰ ਦਾਨ ਕਰਦਾ। ਔਰ ਇੱਕ ਥਾਈਂ ਬੜਾ ਸੁੰਦਰ ਲਿਖਿਆ ਹੈ, ਕਹਿੰਦੇ ਲੜਨਾ ਕੌਮ ਖਾਤਰ, ਮਰਨਾ ਕੌਮ ਖਾਤਰ, ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ, ਉਹ ਕੌਮ ਮਰ ਜੀਵੜੇ ਕਰੇ ਪੈਦਾ, ਉਹਨੂੰ ਲਾਉਂਦੀਆਂ ਰੰਗ ਸ਼ਹਾਦਤਾਂ ਨੇ। ਸਵਾਗਤ ਹੈ ਦੋਸਤੋ ਪ੍ਰੋਗਰਾਮ ਕੁਝ ਪਲ ਕਿਤਾਬ ਦੇ ਨਾਲ ਦੇ ਵਿੱਚ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਤੇ ਅਰਦਾਸ ਜਿੱਥੇ ਕਿਤੇ ਹੋਵੋ, ਅਕਾਲ ਪੁਰਖ ਪਰਮਾਤਮਾ ਅੱਲਾਹ ਤਾਲਾ ਦੇ ਭਾਣੇ ਵਿੱਚ ਆਪਣੀ ਜ਼ਿੰਦਗੀ ਖੂਬਸੂਰਤੀ ਦੇ ਨਾਲ ਬਿਤਾ ਰਹੇ ਹੋਵੋ। ਦੋਸਤੋ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਤੌਰ ਤੇ ਇੱਕ ਕਿਤਾਬ ਦੇ ਬਾਰੇ ਗੱਲ ਕਰਦੇ ਹਾਂ, ਕਿਸੇ ਵੀ ਸਿਨਫ ਦੀ ਉਹ ਹੋ ਸਕਦੀ ਹੈ। ਔਰ ਅੱਜ ਜਿਸ ਕਿਤਾਬ ਦੇ ਬਾਰੇ ਜ਼ਿਕਰ ਕਰਨ ਜਾ ਰਹੇ ਹਾਂ, ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦਸ਼ਮੇਸ਼ ਪਿਤਾ ਦਾ ਜ਼ਿਕਰ ਹੋਇਆ ਹੈ, ਸ਼ਹਾਦਤਾਂ ਦਾ ਜ਼ਿਕਰ ਹੋਇਆ ਹੈ, ਔਰ ਪੋਹ ਦੇ ਦਿਨਾਂ ਦਾ ਜ਼ਿਕਰ ਹੋਇਆ ਹੈ। ਪੋਹ ਦੇ ਦਿਨ ਸਮੁੱਚੇ ਸਿੱਖ ਪੰਥ ਨੂੰ, ਨਾਨਕ ਨਾਮ ਲੈਵਾ ਸੰਗਤਾਂ ਨੂੰ, ਚਾਹੇ ਉਹ ਦੇਸ਼ ਔਰ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਵੱਸਦੇ ਹੋਣ, ਸਿੱਧੇ ਤੌਰ ਤੇ ਸਿੱਖ ਧਰਮ ਦੇ ਧਰਮ ਪ੍ਰਚਾਰ ਦੇ ਨਾਲ ਉਹਨਾਂ ਦਾ ਸੰਬੰਧ ਹੋਵੇ ਜਾਂ ਨਾ ਹੋਵੇ, ਉਹ ਮੁਕੰਮਲ ਗੁਰਸਿੱਖੀ ਖੰਡੇ ਬਾਟੇ ਕੀ ਪਾਹੁਲ ਛਕੀ ਗੁਰਸਿੱਖ ਹੋਣ, ਜਾਂ ਕੇਵਲ ਸਿੱਖ ਪਰਿਵਾਰਾਂ ਵਿੱਚ ਜਨਮ ਲੈਣ ਵਾਲੇ ਬੇਅਮਰਤੀਏ ਬਿਨਾਂ ਪਾਹੁਲ ਤੋਂ ਸਾਦਾ ਜੀਵਨ ਬਤੀਤ ਕਰਨ ਵਾਲੇ ਹੋਣ, ਜਾਂ ਕਿਸੇ ਵੀ ਰੂਪ ਦੇ ਵਿੱਚ ਜਿਨ੍ਹਾਂ ਦਾ ਸੰਬੰਧ ਸਿੱਖ ਧਰਮ ਦੇ ਨਾਲ ਸਿੱਧੇ ਤੌਰ ਤੇ ਜੁੜਦਾ ਆ, ਉਹ ਪੋਹ ਦੇ ਦਿਨ ਉਹਨਾਂ ਦੇ ਚਿੱਤ ਚੇਤੇ ਵਿੱਚੋਂ ਕਦੇ ਵਿਸਰ ਨਹੀਂ ਸਕਦੇ। ਪੋਹ ਦਾ ਮਹੀਨਾ, ਸੌਖੇ ਲਫ਼ਜ਼ਾਂ ਵਿੱਚ ਕਹਾਂ ਦਸੰਬਰ ਮਹੀਨੇ ਦਾ ਜਿਹੜਾ ਸ਼ਹੀਦੀ ਹਫ਼ਤਾ ਯਾਦ ਕੀਤਾ ਜਾਂਦਾ ਹੈ, ਸ਼ਹੀਦੀ ਹਫ਼ਤੇ ਦੇ ਨਾਮ ਨਾਲ, ਜਦੋਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਔਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅਨੇਕਾਂ ਪੁੱਤਰਾਂ ਤੋਂ ਵੀ ਵੱਧ ਕੇ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਹੁੰਦੀ ਹੈ। ਇਹ ਪੋਹ ਦੇ ਮਹੀਨੇ ਦੀ ਘਟਨਾ ਹੈ। ਅੱਜ ਕਿਤਾਬ ਜਿਹੜੀ ਹੈ ਉਹ ਛੋਟੇ ਵੱਡੇ ਸਾਹਿਬਜ਼ਾਦਿਆਂ ਸਾਕਾ ਚਮਕੌਰ ਦੀ ਗੱਲ ਕਰਦੀ ਹੈ, ਉਹ ਸਾਕਾ ਸਰਹੰਦ ਦੀ ਗੱਲ ਕਰਦੀ ਹੈ। ਕਿਤਾਬ ਦਾ ਨਾਮ ਹੈ, ਮੈਂ ਸਾਂਝੀ ਕਰਦਾ ਸ਼ੁਰੂਆਤ ਵਿੱਚ ਪਹਿਲਾਂ ਹੀ, ਕਿਉਂਕਿ ਇੱਕ ਵੱਡ ਆਕਾਰੀ ਕਿਤਾਬ ਹੈ, ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ। ਔਰ ਇਹਦੀ ਖਾਸ ਗੱਲ ਜਿਸ ਨੇ ਮੈਨੂੰ ਜਿਹੜਾ ਆ ਉਹ ਹਲੂਣਿਆ ਕਿ ਮੈਂ ਇਸ ਕਿਤਾਬ ਨੂੰ ਰਿਵਿਊ ਕਰਾਂ, ਤਕਰੀਬਨ 2020 ਦੇ ਵਿੱਚ ਇਹ ਕਿਤਾਬ ਮੈਂ ਖਰੀਦੀ ਸੀ, ਮੈਨੂੰ ਪ੍ਰਾਪਤ ਹੋਈ ਸੀ, ਔਰ ਮੈਂ ਇਹਨੂੰ ਥੋੜ੍ਹੀ ਕਰਕੇ ਪੜ੍ਹਦਾ ਰਿਹਾ। ਔਰ ਕੁਝ ਸਮਾਂ ਪਹਿਲਾਂ ਵੀ ਇਸ ਕਿਤਾਬ ਦੇ ਬਾਰੇ ਮੈਂ ਕਿਤੇ ਚਰਚਾ ਵੀ ਕੀਤੀ ਸੀਗੀ। ਅੱਜ ਵੀ ਖਿਆਲ ਆਇਆ ਵੀ ਅਸੀਂ ਲਗਾਤਾਰ ਕਾਫੀ ਕਹਾਣੀਆਂ, ਨਾਵਲ ਜਾਂ ਹੋਰ ਸਾਹਿਤ ਦੀ ਗੱਲ ਕਰਦੇ ਆ ਰਹੇ ਹਾਂ, ਕਿਉਂ ਨਾ ਅੱਜ ਅਸੀਂ ਸਿੱਖ ਸਾਹਿਤ ਨਾਲ ਜੁੜੇ ਹੋਏ ਕਿਸੇ ਦਸਤਾਵੇਜ਼ ਦੀ ਗੱਲ ਕਰੀਏ। ਦਸਤਾਵੇਜ਼ ਲਫ਼ਜ਼ ਜਾਂ ਕਿਤਾਬ ਲਫ਼ਜ਼ ਮੈਨੂੰ ਇਸ ਵਾਸਤੇ ਛੋਟਾ ਲੱਗ ਰਿਹਾ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਗ੍ਰੰਥਨੁਮਾ ਕਿਤਾਬ ਹੈ। ਕਿਉਂਕਿ ਕਿਤਾਬ ਹੁੰਦੀ ਆ 100, 125, 150, 200 ਪੰਨਿਆਂ ਦੀ, ਪਰ ਇਸ ਕਿਤਾਬ ਦੇ ਪੰਨਿਆਂ ਦੀ ਗੱਲ ਕਰੀਏ ਤਕਰੀਬਨ 880 ਪੰਨੇ ਆ, ਯਾਨੀ ਜਿਹਦੇ ਵਿੱਚੋਂ ਹੀ ਜੇ 8 ਕਿਤਾਬਾਂ ਕੱਢੀਆਂ ਜਾ ਸਕਦੀਆਂ, ਜੇ 100, 125 ਪੰਨੇ ਦੀ ਇੱਕ ਕਿਤਾਬ ਕੱਢਣੀ ਹੋਵੇ ਤਾਂ। ਖੈਰ, ਕਿਤਾਬ ਦਾ ਨਾਮ ਮੈਂ ਦੱਸਿਆ ਬਈ ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ। ਔਰ ਜਿਸ ਗੱਲ ਨੇ ਮੈਨੂੰ ਖਾਸ ਤੌਰ ਤੇ ਹਲੂਣਿਆ ਉਹ ਸੀ ਸਨ 1711 ਤੋਂ ਲੈ ਕੇ ਸਨ 2007 ਤੱਕ ਜੋ ਸਾਹਿਬਜ਼ਾਦਿਆਂ ਬਾਰੇ ਲਿਖਿਆ ਗਿਆ, ਚਾਹੇ ਉਹ ਸਾਡੇ ਪੁਰਾਤਨ ਗ੍ਰੰਥ ਸੀ ਜਾਂ ਹੁਣ ਵੀ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਆਉਂਦੇ ਆ, ਤੇ ਸਾਡੇ ਬਹੁਤ ਸਾਰੇ ਪੰਜਾਬੀ ਸਿੰਗਰ, ਪੰਜਾਬੀ ਗਾਇਕ ਜਾਂ ਗੀਤਕਾਰ ਅਜਿਹੇ ਗੀਤਾਂ ਦੀ ਰਚਨਾ ਕਰਦੇ ਆ, ਸਿਰਜਣਾ ਕਰਦੇ ਆ, ਜਿਹਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਆਉਂਦਾ ਹੋਵੇ, ਫਤਿਹਗੜ੍ਹ ਸਾਹਿਬ ਦੀ ਧਰਤੀ ਦਾ ਜ਼ਿਕਰ ਆਉਂਦਾ ਹੋਵੇ, ਸਰਹੰਦ ਦੀ ਧਰਤੀ ਦਾ ਜ਼ਿਕਰ ਆਉਂਦਾ ਹੋਵੇ, ਚਮਕੌਰ ਸਾਹਿਬ, ਪਰਿਵਾਰ ਵਿਛੋੜਾ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਜ਼ਿਕਰ ਆਉਂਦਾ ਹੋਵੇ। ਉਹ ਇਸ ਤਰ੍ਹਾਂ ਦੇ ਗੀਤ ਜਿਹੜੇ ਸਾਨੂੰ ਦਸੰਬਰ ਦੇ ਮਹੀਨੇ ਸੁਣਨ ਦੇ ਵਿੱਚ ਮਿਲਦੇ ਆ। ਕਿਤਾਬ ਨੂੰ ਸੰਪਾਦਨ ਕੀਤਾ ਹੈ ਸਰਦਾਰ ਚੇਤਨ ਸਿੰਘ ਜੀ ਨੇ, ਔਰ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਸੇਵਾ ਆ ਜੋ ਉਹਨਾਂ ਨੇ
ਪੰਥ ਦੇ ਭਲੇ ਦੀ ਖਾਤਰ ਜਾਂ ਪੰਥਕ ਸਾਹਿਤ ਦੇ ਵਾਸਤੇ ਉਹਨਾਂ ਨਿਭਾਈ ਹੈ। ਕਿਤਾਬ ਪਹਿਲੀ ਵਾਰੀ ਸਨ 2018 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਔਰ ਕਿਤਾਬ ਦਾ ਜਿਹੜਾ ਨਾਮ ਮੈਂ ਦੱਸਿਆ ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ, ਉਹਦੇ ਨਾਲ ਛੋਟਾ ਇੱਕ ਸਬ ਹੈਡਿੰਗ ਜਿਹੜਾ ਸਬ ਸਿਰਲੇਖ ਹੈਗਾ ਆ ਉਹ ਹੈ ਪੁਰਾਤਨ ਤੇ ਆਧੁਨਿਕ ਪ੍ਰਸੰਗਾਂ ਅਤੇ ਧਾਰਮਿਕ ਗੀਤਾਂ ਕਵਿਤਾਵਾਂ ਦਾ ਸੰਗ੍ਰਹਿ, ਇਹ ਲਿਖਿਆ ਹੈਗਾ। ਔਰ ਕਿਤਾਬ ਨੂੰ ਜਿਹੜਾ ਆ ਉਹ ਪ੍ਰਕਾਸ਼ਿਤ ਕੀਤਾ ਗਿਆ ਆ ਯੂਰਪੀਅਨ ਪੰਜਾਬੀ ਸੱਥ UK ਦੇ ਵੱਲੋਂ। ਸੋ ਮੈਂ ਸਮਝਦਾ ਵੀ ਉਹਨਾਂ ਦੀ ਵੀ ਇੱਕ ਬੜੀ ਵੱਡੀ ਦੇਣ ਹੈ। ਔਰ ਕਿਤਾਬ ਦਾ ਆਰੰਭ, ਕਿਤਾਬ ਦੀ ਜਿਹੜੀ ਆਰੰਭਤਾ ਹੁੰਦੀ ਹੈ ਉਹ ਹੁੰਦੀ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰਾ ਸਾਹਿਬ, ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ। ਔਰ ਇਸ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਫੋਟੋ ਜੋ ਆਰੰਭ ਦੇ ਵਿੱਚ ਲੱਗੀ ਹੋਈ ਹੈ ਉਹ ਬਲੈਕ ਐਂਡ ਵਾਈਟ ਹੈ। ਮੌਜੂਦਾ ਸਮੇਂ ਦੀ ਜੋ ਇਮਾਰਤ ਹੈ ਉਹ ਫੋਟੋ ਨਹੀਂ ਲੱਗੀ ਔਰ ਇਹ ਫੋਟੋ ਸਨ 1934 ਵਿੱਚ ਖਿੱਚੀ ਹੋਈ ਹੈ। ਯਾਨੀ ਕਿ ਅੱਜ ਅਸੀਂ ਰਿਵਿਊ ਕਰ ਰਹੇ ਹਾਂ ਤੇ ਲਗਭਗ 99-90 ਸਾਲ ਪਹਿਲਾਂ ਦੀ ਖਿੱਚੀ ਹੋਈ ਫੋਟੋ ਹੈ। ਮੈਂ ਦੱਸ ਦੇਵਾਂ, ਵੈਸੇ ਇਹ ਥੋੜ੍ਹਾ ਜਿਹਾ ਕਿਤਾਬ ਰਿਵਿਊ ਤੋਂ ਹਟ ਕੇ ਹੋਊਗਾ। ਸਰਦਾਰ ਭਾਈ ਧੰਨਾ ਸਿੰਘ ਚਹਿਲ ਪਟਿਆਲਵੀ, ਮੈਂ ਇਸ ਕਿਤਾਬ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਬਟ ਮੈਨੂੰ ਮਿਲੀ ਨਹੀਂ। ਕਿਤਾਬ ਦਾ ਨਾਮ ਹੈ ਗੁਰਤੀਰਥ ਸਾਈਕਲ ਯਾਤਰਾ ਔਰ ਇਹਦੇ ਵਿੱਚ ਉਹਨਾਂ ਨੇ ਤਕਰੀਬਨ 5 ਸਾਲ ਲਗਾਤਾਰ ਸਾਈਕਲ ਦੇ ਉੱਤੇ ਪੂਰੇ ਭਾਰਤ ਦੇਸ਼ ਦੇ ਵਿੱਚ ਯਾਤਰਾ ਕੀਤੀ ਔਰ ਉਦੋਂ ਇਹ ਸਾਂਝਾ ਸੀ, ਯਾਨੀ ਪਾਕਿਸਤਾਨ ਦਾ ਹਿੱਸਾ ਵੀ ਤੁਸੀਂ ਇਹਦੇ ਵਿੱਚ ਸ਼ਾਮਲ ਕਰ ਸਕਦੇ ਆ। ਔਰ ਸਿੱਖ ਇਤਿਹਾਸਕ ਸਥਾਨਾਂ ਦੀਆਂ ਤਸਵੀਰਾਂ ਕਲਿੱਕ ਕੀਤੀਆਂ ਸੀਗੀਆਂ, ਉਹਦੇ ਵਿੱਚੋਂ ਇਹ ਤਸਵੀਰ ਜਿਹੜੀ ਇੱਥੇ ਸ਼ਾਮਲ ਕੀਤੀ ਗਈ ਹੈ। ਉਹਦੇ ਵਿੱਚ ਤਕਰੀਬਨ ਤਸਵੀਰਾਂ ਹੀ ਤਸਵੀਰਾਂ ਨੇ ਹਰ ਗੁਰਦੁਆਰੇ ਦੀ ਕਦੋਂ ਦੀ। ਔਰ ਉਹ ਜਦੋਂ ਗੁਰਦੁਆਰੇ ਦੀ ਅਸੀਂ ਇਮਾਰਤ ਵੇਖਦੇ ਹਾਂ ਸਾਡੇ ਅੰਦਰ ਇੱਕ ਰੂਹਾਨੀਅਤ ਪੈਦਾ ਹੁੰਦੀ ਹੈ, ਕਿਉਂਕਿ ਇਮਾਰਤਾਂ ਸਾਦੀਆਂ ਸੀ। ਗੁਰਦੁਆਰੇ ਦਾ ਮਕਸਦ ਗੁਰਦੁਆਰਾ ਸੀ। ਗੁਰਦੁਆਰਾ ਮੇਰਾ ਵਿਸ਼ਾ ਨਹੀਂ ਹੈ, ਮੈਂ ਥੋੜ੍ਹੀ ਜਿਹੀ ਗੱਲ ਕਰਦਾ। ਗੁਰਦੁਆਰੇ ਦੀ ਜੋ ਭਾਵਨਾ ਆ, ਗੁਰਦੁਆਰੇ ਦੀ ਸਥਾਪਨਾ ਦਾ ਕਾਰਨ ਹੈ ਜਾਂ ਗੁਰਦੁਆਰਾ ਕਿਉਂ ਹੋਂਦ ਵਿੱਚ ਆਇਆ, ਉਹ ਜਿਹੜੇ ਕਾਰਨ ਸੀ ਨਾ ਉਹਨਾਂ ਕਾਰਨਾਂ ਕਰਕੇ ਗੁਰਦੁਆਰਾ ਸੀ। ਅੱਜ ਵਾਂਗੂ ਨਹੀਂ ਵੀ ਸਾਰੇ ਇੱਕੋ ਰੱਸੇ ਬੰਨੇ ਆ, ਸਾਰਿਆਂ ਦੀ ਲੁੱਕ ਇੱਕੋ ਜਿਹੀ ਆ, ਦਿੱਖ ਇੱਕੋ ਜਿਹੀ ਆ, ਸੰਗ ਮਰਮਰ ਮੜਿਆ ਆ, ਸੋਨਾ ਮੜਿਆ ਜਾ ਰਿਹਾ ਆ, ਪਰ ਕੌਮ ਦੇ ਹਾਲਾਤ ਉਹ ਪਤਲੇ ਹੁੰਦੇ ਜਾ ਰਹੇ ਆ। ਖੈਰ ਅੱਗੇ ਚੱਲਦੇ ਆਪਾਂ ਕਿਤਾਬ ਦੀ ਗੱਲ ਕਰਦੇ ਆ। ਕਿਤਾਬ ਨੂੰ ਸਮਰਪਣ ਕੀਤਾ ਗਿਆ ਆ ਭਾਈ ਠਾਕਰ ਸਿੰਘ ਗਿਆਨੀ, 1838 ਤੋਂ 1943 ਤੱਕ ਜੋ ਜਿਉਂਦੇ ਰਹੇ। ਕਰਤਾ ਸ਼ਹੀਦ ਬਿਲਾਸ, ਸਿੱਧਕ ਸਿੱਖੀ, ਗੁਰਮਤ ਹੁਲਾਸ ਅਤੇ ਸ੍ਰੀ ਗੁਰਦੁਆਰੇ ਦਰਸ਼ਨ ਆਦਿ ਨੂੰ, ਜਿਨ੍ਹਾਂ ਨੇ ਸਿੱਖ ਪੰਥ ਵਿੱਚ ਲਗਾਤਾਰ ਪ੍ਰਚਾਰ ਕਰਕੇ ਸਨ 1888 ਤੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਨਾਉਣਾ ਆਰੰਭ ਕੀਤਾ ਜਾਂ ਉਹਦੀ ਰਵਾਇਤ ਸ਼ੁਰੂ ਕੀਤੀ। ਤਜ਼ਕਰੇ ਦੇ ਵਿੱਚ ਡਾਕਟਰ ਨਿਰਮਲ ਸਿੰਘ ਤੇ ਮੋਤਾ ਸਿੰਘ ਸਰਾਏ ਵੱਲੋਂ 2 ਸ਼ਬਦ ਨੇ, ਸੰਪਾਦਕ ਵੱਲੋਂ ਨੇ ਡਾਕਟਰ ਹਰਚੰਦ ਸਿੰਘ ਸਰਹੰਦੀ ਤੇ ਡਾਕਟਰ ਰਤਨ ਸਿੰਘ ਜੱਗੀ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਜਿਹੜੇ 2 ਸ਼ਬਦ ਜਾਂ ਵਿਚਾਰ ਪੁਸਤਕ ਦੇ ਬਾਰੇ ਸਾਂਝੇ ਕੀਤੇ ਹੋਏ ਨੇ। ਔਰ ਇਸ ਕਿਤਾਬ ਨੂੰ ਅੱਗੇ 3 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ, ਜਿਹਦੇ ਵਿੱਚ ਪਹਿਲਾ ਹਿੱਸਾ ਆ ਪੁਰਾਤਨ ਤੇ ਸੰਪੂਰਨ ਪ੍ਰਸੰਗ, ਜਿਹਦੇ ਵਿੱਚ ਸਭ ਤੋਂ ਪਹਿਲਾ ਪ੍ਰਸੰਗ 1711 ਦਾ ਹੈ। ਇੱਥੇ ਬਾਕਾਇਦਾ ਸਨ ਨਾਲ ਦਿੱਤੇ ਹੋਏ ਨੇ। ਉਸ ਤੋਂ ਬਾਅਦ 1762, 1841, 1908, 1910, 1913, 15, 1921, 1923, ਸੋ 1945, 2007, 2004 ਇਸ ਤਰੀਕੇ ਦੇ ਨਾਲ। ਔਰ ਕੇਵਲ ਸਿੱਖ ਵਿਦਵਾਨਾਂ ਜਾਂ ਸਿੱਖ ਲੇਖਕਾਂ, ਸਿੱਖ ਸਾਹਿਤਕਾਰਾਂ ਦੇ ਨਹੀਂ ਬਲਕਿ ਗੈਰ ਸਿੱਖਾਂ ਵੱਲੋਂ ਲਿਖੀਆਂ ਹੋਈਆਂ ਲਿਖਤਾਂ ਵੀ ਸ਼ਾਮਿਲ ਕੀਤੀਆਂ ਗਈਆਂ ਨੇ। ਕੋਈ ਜੋ ਗੈਰ ਸਿੱਖ ਦੀ ਗੱਲ ਆਉਂਦੀ, ਮੈਂ ਸਮਝਦਾ ਗੈਰ ਸਿੱਖ ਜਾਂ ਸਿੱਖ ਲਫ਼ਜ਼ ਬਹੁਤਾ ਦਰੁਸਤ ਨਹੀਂ ਹੁੰਦਾ ਉਹਨਾਂ ਵਾਸਤੇ ਜੋ ਗੁਰੂ ਆਸ਼ੇ ਨੂੰ ਸਮਰਪਿਤ ਹੋ ਜਾਣ। ਉਹ ਸਿੱਖ ਹੀ ਨੇ, ਫਿਰ ਉਹ ਕਿਸੇ ਵੀ ਧਰਮ, ਜਾਤ, ਰੰਗ, ਨਸਲ ਜਾਂ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਹੋਣ। ਜਦੋਂ ਉਹ ਨਿਸ਼ਚਾ ਕਰ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਉੱਤੇ ਤਾਂ ਉਹ ਸਿੱਖ ਹੀ ਹੁੰਦੇ ਨੇ। ਸੋ ਜਿਵੇਂ ਅੱਲਾ ਯਾਰ ਖਾਂ ਜੋਗੀ ਤੋਂ ਵਧੀਆ ਮੈਨੂੰ ਨਹੀਂ ਲੱਗਦਾ ਵੀ ਕਿਸੇ ਹੋਰ ਨੇ ਲਿਖਿਆ ਹੋਊ, ਪਰ ਫਿਰ ਵੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ, ਕਲਮੇ ਜ਼ੋਰ ਅਜ਼ਮਾਇਸ਼ ਕੀਤੀ, ਉਹ ਸਫਲ ਨੇ। ਇਹਦੇ ਦੁੰਨਾ ਸਿੰਘ ਹਠੂਰ ਖੈਰ ਆਪਣੇ ਸਿੱਖ ਤੇ ਜਿਹੜੇ ਗੈਰ ਸਿੱਖਾਂ ਦੀ ਗੱਲ ਕੀਤੀ, ਜਿਵੇਂ ਮੈਂ ਜ਼ਿਕਰ ਕੀਤਾ, ਉਹਦੇ ਵਿੱਚ ਜ਼ਿਕਰ ਹੈ ਜੀ ਮੈਥਿਲੀ ਸ਼ਰਨ ਗੁਪਤਾ, ਉਹਦੇ ਨਾਲ ਜ਼ਿਕਰ ਆਉਂਦਾ ਆ ਨੰਦ ਲਾਲ ਲਾਲਪੁਰੀ, ਨੂਰਪੁਰੀ ਮਾਫ ਕਰਨਾ, ਤੇ ਕੁਝ ਹੋਰ ਐਸੀਆਂ, ਕਿਉਂਕਿ ਬਹੁਤ ਵੱਡਾ ਇੰਡੈਕਸ ਹੈ, ਬਹੁਤ ਵੱਡਾ ਇਹਦਾ ਤਜ਼ਕਰਾ ਆ। ਜਿਹੜੇ ਮੈਂ ਕੁਝ ਨਾਮ, ਡਾਕਟਰ ਰੂਬੀਨਾ ਸ਼ਬਨਮ ਦਾ ਨਾਮ ਹੈਗਾ ਆ, ਉੱਥੇ ਮਿਰਜ਼ਾ ਮੁਹੰਮਦ ਅਬਦੁਲ ਗਨੀ ਦਾ ਨਾਮ ਹੈਗਾ ਆ। ਸੋ ਇੱਦਾਂ ਔਰ ਤਕਰੀਬਨ ਦੇ ਵਿੱਚ 90 ਕਵਿਤਾਵਾਂ, ਕਿੱਸੇ,
ਤੇ ਜਾਂ 90 ऐसे इतिहासक स्रोत संपूर्ण प्रसंग ने जो ये शामिल किए गए हैं और ਤਾਂ ही 800 ਤੇ 80 ਪੰਨੇ ਆ। सो 90 विषयां ਨੂੰ 880 ਪੰਨੇ ਨਾਲ ਤੁਸੀਂ ਮਲਟੀਪਲਾਈ ਕਰਕੇ देखो भी गल कित्थे पहुँचती है। सब तो पहला श्री गुरु सोभा सैनापति का, फिर कथा गुरु जी के सूतन की, दुन्ना सिंह हठूर, फिर चमकौर युद्ध, रतन सिंह भंगू, साका सरहंद, नत्था सिंह भौर। तो इस तरीके नाल जिहड़ा पहला भाग है पुरातन ते संपूर्ण प्रसंग वो आरंभ होंदा है। दूजे प्रसंग दे विच, दूजे भाग दे विच जिक्र है आधुनिक प्रसंगां विचों 94 अंश, जिहदे विच तकरीबन 7 प्रसंग शामिल किए गए हैं, जिहदे विचों निक्कियां जिंदां वड्डा साका, प्रसंग साहिबजादे, साका चमकौर, छोटे साहिबजादियां दी शहीदी, लाला दियां जोड़ियां, चार मूए तो क्या भया, साका चमकौर अते सरहंद। ये गुरबख्श सिंह केसरी, निहाल सिंह कवीश्वर, जोगा सिंह जोगी, बलदेव सिंह बैंका, करतार सिंह ढिल्लों, मेवा सिंह IAS मोहाली, संत पूरन सिंह दीवाना वालों लिखत ने। तीजे हिस्से दे विच जिक्र है धार्मिक गीत अते कवितावां दा और ये तकरीबन 36 जिहड़े गीत कवितावां शामिल कीतियां गईयां ने और किते किते भी कोशिश है भी जे जिन्हें लिखिया आ ਸਾਹਿਤਕਾਰ ਜਿਹਨੇ ਉਹ ਸਿਰਜਣਾ ਕੀਤੀ ਹੈ ਉਹਦਾ ਜ਼ਿਕਰ ਵੀ ਕਿਤੇ ਕਿਤੇ ਜਿਹੜਾ ਆ ਸ਼ਾਮਲ ਕੀਤਾ ਗਿਆ, ਉਹਦੀਆਂ ਲਿਖਤਾਂ ਦੇ ਬਾਰੇ, ਉਹਦੇ ਜੀਵਨ ਦੇ ਬਾਰੇ ਵੀ ਸੰਖੇਪ ਤੋਂ ਸੰਖੇਪ ਜਾਣਕਾਰੀ ਜਿਹੜੀ ਹੈ ਉਹ ਸ਼ਾਮਲ ਕੀਤੀ ਗਈ ਹੈ। ਸੋ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਇਹ ਕਿਤਾਬ ਆਪਣੇ ਆਪ ਵਿੱਚ ਇੱਕ ਤੋਹਫਾ ਆ, ਬੜੀ ਅਮੀਰ ਹੈ ਔਰ ਹਰ ਸਿੱਖ ਪਰਿਵਾਰ ਦੇ ਘਰਾਂ ਵਿੱਚ ਹੋਣੀ ਚਾਹੀਦੀ ਹੈ, ਖਾਸ ਤੌਰ 'ਤੇ ਜਿੱਥੇ ਛੋਟੇ ਬੱਚੇ ਆ। ਛੋਟੇ ਬੱਚੇ ਕਵਿਤਾਵਾਂ ਗੀਤਾਂ ਦੇ ਨਾਲ ਛੇਤੀ ਜੁੜਦੇ ਆ, यानी तरन्नम ਦੇ ਨਾਲ ਉਹ ਜ਼ਿਆਦਾ ਜੁੜਦੇ ਆ। ਉੱਥੇ ਅਸੀਂ ਇਸ ਕਿਤਾਬ ਦੇ ਵਿੱਚੋਂ ਛੋਟੀਆਂ ਛੋਟੀਆਂ ਬਹੁਤ ਸਾਰੀਆਂ ਕਵਿਤਾਵਾਂ, ਬਹੁਤ ਸਾਰੇ ਕਿੱਸੇ ਤਰन्नम ਦੇ ਵਿੱਚ ਗਾ ਕੇ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਵਿਸ਼ਾਲ ਸ਼ਹਾਦਤ ਦੇ ਨਾਲ ਜੋੜ ਸਕਦੇ ਹਾਂ। ਸੋ ਇਹ ਸਾਡੀ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ। ਕਿਤਾਬ ਬਹੁਤੀ ਮਹਿੰਗੀ ਨਹੀਂ ਹੈ, ਕਿਤਾਬ ਮਹਿੰਗੀ ਹੋ ਹੀ ਨਹੀਂ ਸਕਦੀ, ਕਿਉਂਕਿ ਮੈਂ ਅਕਸਰ ਕਹਿੰਦਾ ਹੁੰਦਾ ਕਿਤਾਬਾਂ ਮਹਿੰਗੀਆਂ ਨਹੀਂ ਹੁੰਦੀਆਂ, ਕਿਉਂਕਿ ਕਿਤਾਬਾਂ ਦੇ ਵਿੱਚ ਸ਼ਾਮਲ ਗਿਆਨ ਬੇਸ਼ਕੀਮਤੀ ਹੁੰਦਾ ਆ, ਜਿਹਦੀ ਕੀਮਤ ਕਦੇ ਤਾਰੀ ਨਹੀਂ ਜਾ ਸਕਦੀ। ਔਰ ਐਸੇ ਗ੍ਰੰਥ, ਐਸੇ ਸਾਡੇ ਕੋਲ ਦਸਤਾਵੇਜ਼ ਸਾਡੇ ਕੋਲ ਪਹੁੰਚਦੇ ਹੋਣ ਔਰ ਜਿਹਦੇ ਵਿੱਚ 1711 ਤੋਂ ਲੈ ਕੇ 2007 ਤੱਕ ਦਾ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਕਾਵ ਰੂਪ ਦੇ ਵਿੱਚ ਸਾਹਿਤ ਸੰਪਾਦਨ ਕੀਤਾ ਹੋਇਆ, ਇਕੱਠਾ ਕੀਤਾ ਹੋਇਆ ਸਾਨੂੰ ਪ੍ਰਾਪਤ ਹੋ ਜੇ, ਤੇ ਮੈਂ ਸਮਝਦਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੈ ਸਿੱਖ ਪਰਿਵਾਰਾਂ ਦੇ ਵਾਸਤੇ, ਜਾਂ ਮਾਫ ਕਰਨਾ, ਜਾਂ ਆਪਣੇ ਬੱਚਿਆਂ ਦੇ ਵਾਸਤੇ, ਜਾਂ ਖਾਸ ਤੌਰ 'ਤੇ ਸਕੂਲੀ ਵਿਦਿਆਰਥੀ ਜਿਹੜੇ ਵੱਖ-ਵੱਖ ਮੌਕਿਆਂ 'ਤੇ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਂਦੇ ਆ, ਉਹਦੇ ਵਿੱਚ ਬਹੁਤ ਸਾਰੀਆਂ ਤਿਆਰੀਆਂ ਕਰ ਸਕਦੇ ਆ। ਔਰ ਇਹਦੇ ਵਿੱਚ ਜਿਵੇਂ ਪੁਰਾਤਨ ਲਿਖਤਾਂ ਨੇ, ਉਹਦੇ ਵਿੱਚ ਕੁਝ ਲਫ਼ਜ਼ ਉਰਦੂ ਜਾਂ ਫਾਰਸੀ ਜਾਂ ਅਰਬੀ ਦੇ ਵਰਤੇ ਗਏ ਨੇ, ਫਿਰ ਉਹਨਾਂ ਨੂੰ ਥੱਲੇ ਨਾਲ ਨਾਲ ਐਕਸਪਲੇਨੇਸ਼ਨ ਦਿੱਤੀ ਵੀ ਇਹਦਾ ਭਾਵ ਕੀ ਹੈਗਾ ਆ। ਜਿੱਦਾਂ ਮਰਦਾਨੇ ਕੋ ਹਮਨੇ ਹੀ ਰਿਫਾਕਤ ਮੇ ਥਾ ਰਖਾ। ਹੁਣ ਰਿਫਾਕਤ ਕੀ ਹੈ? ਰਿਫਾਕਤ ਹੁੰਦੀ ਸਾਥ, ਸਹਿਯੋਗ, ਜਿਹੜਾ ਨਾਲ ਰਹਿੰਦਾ ਆ। कौला को भी हमने हिफाजत में था रखा, है ना। सो हरम औदैर लफज है, हरम औदैर वरत्या है, बा मस्जिद या मंदिर। शफकत होंदी है मुहब्बत। सो किन्ना वाधा होएगा साडे भाषा ज्ञान दे विच जे ऐसियां किताबां दे नाल असीं अपने बच्चों नूं जोड़न दी कोशिश करते हैं। सो दोस्तों ये किताब मैं समझदा भी जरूर होनी चाहिए। चमकदी तेग, किरत भाई चानण सिंह बंदा, बेनती गुरु महाराज अगे, फिर गज़ल है, फिर कलगी वाले दी सिफत है, फिर मुक्तसर दी जंग दा कविता है, फिर सिक्खी सिदक है, बाबा दीप सिंह दी शहीदी है, बीबी शरण कौर दा जिक्र है, कृत कवि भाई करतार सिंह ज्ञानी दी कृत है, पौड़ी है, उहदे पौड़ियां दे विच कोलड़ा छंद है। यानी काव के कई रूप तुहानूं जिहड़े ने वो इस किताब दे विच वेखण नूं मिलदे ने। दशमेश उपकार कवि हरि सिंह दे वल्लों है। और इसी तरह जिहड़े मॉडर्न जमाने विच आके होर सौखे शब्दां दे विच गीत जिहड़े प्रचलित होए समय समय, उन्हां दा जिहड़ा विस्तारत जिक्र भी इत्थे हैगा आ। बहुत सारे ऐसे गायक जिन्होंने असीं हुण दे समय विच जाणदे हां ते उन्हां दा जिक्र दे विच हैगा आ। फिर पिछले कुछ समय तो भाई मनिंदर सिंह श्रीनगर वालियां दे जिहड़े गीत प्रचलित होए सीगे ਉਹ ਵੀ ਜਿਹੜੇ ਨੇ ਉਹ ਇਸ ਕਿਤਾਬ ਦੇ ਵਿੱਚ ਸ਼ਾਮਲ ਹੈਗੇ ਨੇ। ਸੋ ਬੜਾ ਅਨਮੋਲ ਖਜ਼ਾਨਾ ਸਿੱਖ ਇਤਿਹਾਸ ਦਾ ਇਸ ਕਿਤਾਬ ਦੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੁੰਦਾ ਹੈ। ਸੋ ਸਾਨੂੰ ਇਹ ਜ਼ਰੂਰ ਆਪਣੇ ਘਰ ਦਾ, ਆਪਣੇ ਘਰ ਦੀ ਲਾਇਬ੍ਰੇਰੀ ਦਾ ਸ਼ਿੰਗਾਰ ਬਣਾਉਣੀ ਚਾਹੀਦੀ ਹੈ ਕਿਤਾਬ ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ। ਸੋ ਉਮੀਦ ਕਰਦਾ ਇਸ ਕਿਤਾਬ ਦੇ ਬਾਰੇ ਇਤਿਹਾਸਕ ਪੱਖ ਤੋਂ ਜਾਂ ਕਿਤਾਬ ਦੇ ਵਿਸ਼ਾ ਵਸਤੂ ਬਾਰੇ ਜੋ ਜਾਣਕਾਰੀ ਦਿੱਤੀ ਹੈ ਆਪ ਜੀ ਨੂੰ ਪਸੰਦ ਆਈ ਹੋਵੇਗੀ। ਸੋ ਜ਼ਰੂਰ ਕੋਸ਼ਿਸ਼ ਕਰਿਓ ਕਿ ਇਸ ਵਾਰ ਦਸੰਬਰ ਮਹੀਨੇ ਤੋਂ ਪਹਿਲਾਂ ਇਹ ਕਿਤਾਬ ਸਾਡੇ ਘਰ ਦਾ ਸ਼ਿੰਗਾਰ ਹੋਵੇ। ਘਰ ਦਾ ਹੀ ਨਹੀਂ,
ਸਾਡੇ ਦਿਲ ਔਰ ਦਿਮਾਗ ਦਾ ਸ਼ਿੰਗਾਰ ਵੀ ਹੋਵੇ ਕਿ ਇਹਦੇ ਵਿੱਚ ਦਰਜ ਇਤਿਹਾਸਕ ਵਾਕਿਆਤ ਸਾਡੇ ਦਿਲ ਔਰ ਦਿਮਾਗ ਵਿੱਚ ਵਸੇ ਰਹਿਣ ਤੇ ਅਸੀਂ ਉਹਨਾਂ ਦੇ ਪ੍ਰਚਾਰ ਦੇ ਤੇ ਪ੍ਰਸਾਰ ਦੇ ਵਾਸਤੇ ਯਤਨ ਕਰਦੇ ਰਹੀਏ। ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਕਿਤਾਬ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।